Alright, this video is meant for students who are having problem in task 1, particularly in pie chart, table, bar or line ਜਾਂ ਜਿਨ੍ਹਾਂ ਦਾ ਐਗਜ਼ਾਮ ਵਧੀਆ ਹੋਇਆ ਸੀ ਪਰ ਬੈਂਡਸ ਨਹੀਂ ਆਏ। ਇਹਦੇ ਵਿੱਚ ਇੱਕ ਇੱਦਾਂ ਦੀ ਚੀਜ਼ ਆ ਜਿਹੜੀ ਸਮ ਸਟੂਡੈਂਟਸ ਨੂੰ ਪਤਾ ਨਹੀਂ ਹੈ ਐਂਡ ਮੇਬੀ ਤੁਸੀਂ ਇਹ ਮਿਸਟੇਕ ਦੁਬਾਰਾ ਕਮਿਟ ਕਰ ਰਹੇ ਹੋ ਐਂਡ ਦਿਸ ਕੁਡ ਬੀ ਦ ਰੀਜ਼ਨ ਵਾਈ ਯੂ ਆਰ ਨਾਟ ਗੈਟਿੰਗ ਬੈਂਡ ਇਨ ਰੀਅਲ ਐਗਜ਼ਾਮ। So what is it actually is, these task 1 are divided into two categories. Sometimes these are in single time recordings and sometimes these are in multiple time recordings. मतलब कई बार इन्हां विच 1 साल दिता हुंदा, कई बार इन्हां विच more than 1 year दिता हुंदा। ਇਹ ਚੀਜ਼ ਬਹੁਤ ਇੰਪੋਰਟੈਂਟ ਆ ਨੋਟਿਸ ਕਰਨ ਦੀ। ਤੁਸੀਂ ਕਈ ਵਾਰ ਦੇਖਦੇ ਨਹੀਂ ਹੈ, ਤੁਸੀਂ ਉੱਦਾਂ ਹੀ ਚੱਕ ਦਿੰਦੇ ਹੋ ਕਿ ਇਨਕਰੀਜ਼ ਹੋ ਗਿਆ, ਡਿਕਰੀਜ਼ ਹੋ ਗਿਆ, ਇਨਕਰੀਜ਼ ਡਿਕਰੀਜ਼। ਜਦੋਂ 1 ਈਅਰ ਦਾ ਲਿਖਿਆ ਹੋਇਆ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਆਉਣੀਆਂ ਐਂਡ ਕਈ ਸਟੂਡੈਂਟ ਹੈਗੇ ਆ ਜਿਨ੍ਹਾਂ ਨੂੰ ਇਹ ਚੀਜ਼ ਦੇ ਬਾਰੇ ਨਹੀਂ ਪਤਾ ਹੈ ਐਂਡ ਉਹਨਾਂ ਦੇ ਟੈਸਟ ਠੀਕ ਕੀਤੇ ਹੁੰਦੇ ਆ। ਯੂ ਨੀਡ ਟੂ ਚੈੱਕ ਯੂਰ ਟੈਸਟ। ਲੈਟ ਮੀ ਮੇਕ ਇਟ ਮੋਰ ਕਲੀਅਰ ਟੂ ਯੂ। ਪਾਈ ਚਾਰਟ 2 ਕੈਟਾਗਰੀਜ਼ ਦੇ ਹੁੰਦੇ ਨੇ। ਸ਼ਾਇਦ ਤੁਹਾਨੂੰ ਕੋਈ ਸਟ੍ਰੈਟਜੀ ਦਿੱਤੀ ਹੋਵੇ ਵੀ ਪਾਈ ਚਾਰਟ ਆ ਗਿਆ ਤਾਂ ਇੱਦਾਂ ਲਿਖ ਦਿਓ। ਉਹ ਡਿਪੈਂਡ ਕਰਦਾ ਕਿ 1 ਈਅਰ ਦਾ ਆਇਆ ਵਾ ਜਾਂ 2 ਈਅਰ ਦਾ ਆਇਆ। ਹੋ ਸਕਦਾ 1 ਈਅਰ ਦਾ ਹੋਵੇ, ਤੁਸੀਂ ਵਿੱਚ ਇਨਕਰੀਜ਼ ਡਿਕਰੀਜ਼ ਲਿਖਤਾ, ਖਰਾਬ ਹੋ ਜਾਣਾ ਸਾਰਾ। particularly ਸੇਮ ਹੀ ਚੀਜ਼ ਬਾਰ ਗ੍ਰਾਫ ਦੇ ਵਿੱਚ ਹੁੰਦੀ ਹੈ ਐਂਡ ਸੇਮ ਥਿੰਗ ਹੈਪਨਸ ਇਨ ਟੇਬਲ ਚਾਰਟ ਆਲਸੋ। ਲਾਈਨ ਗ੍ਰਾਫ ਦੇ ਵਿੱਚ ਜੋ ਵੀ ਸਟ੍ਰੈਟਜੀਜ਼ ਦਿੱਤੀਆਂ ਹੋਣੀਆਂ ਕਈ ਹੱਦ ਤੱਕ ਉਹ ਕੰਮ ਕਰ ਸਕਦੀਆਂ ਨੇ। ਲੈਟ ਮੀ ਮੇਕ ਇਟ ਮੋਰ ਕਲੀਅਰ ਟੂ ਯੂ। ਫੋਰ ਐਗਜ਼ਾਮਪਲ ਇੱਕ ਪਰਸਨ ਹੈਗਾ A ਐਂਡ ਸੈਕਿੰਡ ਵਨ ਇਜ਼ B। ਇਹ ਦੋਨੇ ਕਿਸੇ ਫੈਕਟਰੀ ਦੇ ਵਿੱਚ ਕੰਮ ਕਰਦੇ ਪਏ ਨੇ ਐਂਡ ਇਹਨਾਂ ਦੀ ਜਿਹੜੀ ਇਨਕਮ ਆ ਉਹ ਜਨਵਰੀ ਦੀ ਹੈਗੀ ਆ। A ਦੀ ਸੀਗੀ 10,000 ਐਂਡ B ਦੀ ਹੈਗੀ ਆ 20,000। ਤੁਸੀਂ ਗਲਤੀ ਕੀ ਕਰ ਰਹੇ ਹੋਗੇ, ਤੁਸੀਂ ਲਿਖ ਰਹੇ ਹੋਗੇ ਕਿ A ਦੀ ਸੈਲਰੀ B ਨਾਲੋਂ ਡਿਕਰੀਜ਼ ਹੋ ਗਈ। ਸ਼ਾਇਦ ਤੁਸੀਂ ਮੇਰੀ ਜਦੋਂ ਗੱਲ ਸੁਣ ਰਹੇ ਹੋ ਤੁਸੀਂ ਕਹੋਗੇ ਨਹੀਂ ਯਾਰ ਅਸੀਂ ਇੱਦਾਂ ਥੋੜ੍ਹੀ ਕਰਦੇ ਹਾਂ, ਪਰ ਤੁਸੀਂ ਦੇਖੋ ਇੱਕ ਹੀ ਟਾਈਮ ਦੀ ਗੱਲ ਦਿੱਤੀ ਹੋਈ ਹੈ। ਤੁਸੀਂ ਆਪਣੇ ਟਾਸਕ 1 ਦੇ ਵਿੱਚ ਇਨਕਰੀਜ਼ ਜਾਂ ਡਿਕਰੀਜ਼ ਯੂਜ਼ ਕੀਤਾ ਹੋਣਾ। ਸਿਰਫ ਉਹੀ ਸਟੂਡੈਂਟ ਜਿਨ੍ਹਾਂ ਦੀ ਰਾਈਟਿੰਗ ਦੇ ਵਿੱਚ ਸਕੋਰ ਨਹੀਂ ਆ ਰਹੇ। ਇੱਥੇ ਆਏਗਾ B ਦੀ ਸੈਲਰੀ A ਦੀ ਸੈਲਰੀ ਨਾਲੋਂ ਮੋਰ ਆ, ਮਤਲਬ ਜ਼ਿਆਦਾ ਵਾ, ਇਨਕਰੀਜ਼ ਨਹੀਂ ਹੋਈ, ਜ਼ਿਆਦਾ ਵਾ। ਜੇ ਤੁਸੀਂ ਇਨਕਰੀਜ਼ ਵਰਡ ਯੂਜ਼ ਕਰਨਾ ਯੂ ਨੀਡ ਮੋਰ ਡੇਟਾ। ਜਦੋਂ ਕਿਸੇ ਬੰਦੇ ਦਾ ਆਪਾਂ ਨੂੰ ਸਿਰਫ ਇੱਕ ਹੀ ਡੇਟਾ ਪਤਾ ਵਾ, ਆਪਾਂ ਉਹਨੂੰ ਇਨਕਰੀਜ਼ ਜਾਂ ਡਿਕਰੀਜ਼ ਨਹੀਂ ਕਹਿ ਸਕਦੇ। ਉਹਦਾ ਦੂਜਿਆਂ ਨਾਲੋਂ ਆਪਾਂ ਕਹਾਂਗੇ ਜਾਂ ਤਾਂ ਵੱਧ ਆ ਜਾਂ ਘੱਟ ਆ, ਜਿਵੇਂ ਇੱਥੇ ਹੋਇਆ ਵਾ B ਦੀ ਸੈਲਰੀ A ਨਾਲੋਂ ਜ਼ਿਆਦਾ ਵਾ, ਨਾਟ ਇਨਕਰੀਜ਼। ਇਨਕਰੀਜ਼ ਦੱਸਦਾ ਤੁਹਾਨੂੰ ਵਿੱਚ ਕਿਵੇਂ ਆਏਗਾ। ਫੈਬ ਦੀ ਡੇਟਾ ਚੱਕ ਲਓ। ਫੈਬ ਦੀ ਸੈਲਰੀ ਸੀ A ਦੀ 12,000, ਇਨਕਰੀਜ਼ ਹੋ ਗਈ ਐਂਡ ਉਹਦੀ ਸੀ 15,000, decrease होगी। So here we are supposed to use word increase and decrease. Let's move forward. Let's move next. The first pie chart is given about international students in MBA program. ਇਹਦੇ ਵਿੱਚ ਲਿਖਿਆ ਜਾਏਗਾ ਸਭ ਤੋਂ ਜ਼ਿਆਦਾ ਸਟੂਡੈਂਟਸ ਚਾਈਨਾ ਤੋਂ ਸੀ ਜਿਹੜੇ MBA ਕਰ ਰਹੇ ਸੀ। ਦੂਸਰੇ ਨੰਬਰ ਤੇ ਮਲੇਸ਼ੀਆ ਤੋਂ ਸੀ। ਸਿੰਗਾਪੁਰ ਤੇ ਹਾਂਗਕਾਂਗ ਨੂੰ ਸਿਮਿਲਰ ਲਿਖਿਆ ਜਾ ਸਕਦਾ। ਇੱਦਾਂ ਸੈਂਟੈਂਸ ਵਧੀਆ ਬਣ ਜਾਣਾ। ਐਂਡ ਥਾਈਲੈਂਡ ਦੇ ਮੁਕਾਬਲੇ ਇੰਡੋਨੇਸ਼ੀਆ ਦੇ ਵਿੱਚੋਂ 2% ਜ਼ਿਆਦਾ ਲੋਕ MBA ਕਰ ਰਹੇ ਸੀ। ਤੁਸੀਂ ਦੁਬਾਰਾ ਸੁਣ ਲਓ ਇਹਨੂੰ, ਇਹਦੇ ਵਿੱਚ ਕਿਤੇ ਇਨਕਰੀਜ਼ ਡਿਕਰੀਜ਼ ਨਹੀਂ ਆਏਗਾ। ਐਂਡ ਨੀਚੇ ਆ ਜਾਂਦੇ ਆ। ਟੈਨਿਸ ਦੇ ਵਿੱਚ 50% ਪਾਰਟੀਸਪੇਸ਼ਨ ਸੀ ਬॉयज़ ਦੀ, ਗਰਲਸ 10% ਘੱਟ ਸੀਗੀਆਂ, ਜਾਂ ਲਿਖ ਦਿਓ ਅਰਾਊਂਡ 40% ਸੀ। ਬੈਡਮਿੰਟਨ ਦੇ ਵਿੱਚ ਅਰਾਊਂਡ 30% ਗਰਲਸ ਪਾਰਟੀਸਪੇਟ ਕਰਦੀਆਂ ਸੀ ਐਂਡ 30% ਬॉयਜ਼ ਸੀ ਐਂਡ 40% ਗਰਲਸ ਸੀ। ਇਹਨੂੰ ਤੁਸੀਂ ਪ੍ਰੈਫਰ, ਲਾਈਕ, ਇੰਟਰਸਟਡ ਉਹ ਚੀਜ਼ਾਂ ਪਾ ਕੇ ਵਧੀਆ ਬਣਾ ਸਕਦੇ ਹੋ। ਆਈ ਐਮ ਜਸਟ ਫੋਕਸਿੰਗ ਔਨ ਇਨਕਰੀਜ਼ ਐਂਡ ਡਿਕਰੀਜ਼। ਦ ਮੇਨ ਮਿਸਟੇਕ ਇਜ਼ ਦੈਟ ਯੂ ਕਮਿਟ। ਅੱਗੇ ਹੈ ਸਾਈਕਲਿੰਗ। ਸਾਈਕਲਿੰਗ ਦੇ ਵਿੱਚ ਓਵਰ 35% ਸਟੂਡੈਂਟਸ ਬॉयਜ਼ ਵਰ ਇੰਟਰਸਟਡ, whereas ਸਾਈਕਲਿੰਗ ਵਾਜ਼ ਜਾਂ ਇਟ ਵਾਜ਼ ਇੰਟਰਸਟਿੰਗ ਫॉर ਓਨਲੀ 20% ਗਰਲਸ। ਸਿਰਫ 20% ਕੁੜੀਆਂ ਲਈ ਹੀ ਇੰਟਰਸਟਿੰਗ ਸੀ। ਅਗੇਨ ਇਹ 'ਚ ਇਨਕਰੀਜ਼ ਤੇ ਡਿਕਰੀਜ਼ ਨਹੀਂ ਆਏਗਾ। Next, here we have to write increase and decrease. ਪਹਿਲੀ ਸਲਾਈਡ, ਪਹਿਲੇ ਟਾਸਕ ਤੇ ਚੱਲਦੇ ਹਾਂ। percent of Canadian donors by age group 2000 and 2015। ਜਿਹੜੇ 18 ਤੋਂ 24 ਸਾਲ ਦੇ ਸੀ, ਪਹਿਲਾਂ 20% ਸੀਗੇ ਕੈਨੇਡੀਅਨ ਜਿਹੜੇ ਡੋਨੇਟ ਕਰਦੇ ਸੀ, ਪਰ 15 ਸਾਲ ਬਾਅਦ ਕੀ ਹੋਇਆ, ਉਹਨਾਂ ਦੀ ਪਰਸੈਂਟੇਜ ਅਰਾਊਂਡ 10% ਹੀ ਰਹਿ ਗਈ, ਜਾਣੀ ਕਿ 10% ਨਾਲ ਘੱਟ ਗਏ। ਇਹ ਕਿਹਨਾਂ ਦੀ ਗੱਲ ਚੱਲਦੀ ਪਈ ਆ? ਉੱਪਰ ਵੀ ਕੈਨੇਡੀਅਨ ਨਹੀਂ ਸੀ, ਨੀਚੇ ਵੀ ਕੈਨੇਡੀਅਨ ਨਹੀਂ ਸੀ, ਪਰ ਜਿਹੜਾ ਪਾਸ ਦਾ ਸੀ ਤੁਸੀਂ ਦੇਖ ਲਓ ਉਹਦੇ ਵਿੱਚ ਅਲੱਗ-ਅਲੱਗ ਪਾਰਟੀਜ਼ ਹੋ ਜਾਂਦੀਆਂ ਐਂਡ ਈਅਰ ਵੀ ਇੱਕ ਹੀ ਸੀ ਉਹਦੇ 'ਚ।
ਲਾਈਨ ਗ੍ਰਾਫ ਦੇ ਵਿੱਚ ਤਾਂ ਚਲੋ ਪਤਾ ਹੀ ਆ ਸਾਰਿਆਂ ਨੂੰ, ਜਿਹੜੀ ਆਪਣੀ ਯੈਲੋ ਲਾਈਨ ਜਾ ਰਹੀ ਹੈ ਇਹ ਹੈਗੀ ਬ੍ਰਿਟਿਸ਼ ਮਿਊਜ਼ੀਅਮ ਦੇ ਵਿੱਚ ਕਿੰਨੇ ਬੰਦੇ ਵਿਜ਼ਿਟ ਕਰਦੇ ਪਏ ਸੀ। ਪਹਿਲਾਂ 600 ਸੀ, 6 ਲੱਖ ਬੰਦੇ ਆਈ ਥਿੰਕ ਇਹ ਉਧਰ ਥਾਊਜ਼ੈਂਡਸ 'ਚ ਡੇਟਾ ਦੱਸਿਆ ਹੋਇਆ। ਯੈਸ ਪਹਿਲਾਂ 6 ਲੱਖ ਸੀ, ਫਿਰ ਮੋਰ ਦੈਨ 7 ਲੱਖ ਹੋ ਗਏ, ਫਿਰ ਡ੍ਰੌਪ ਹੋਇਆ ਵਾ। ਇਹ ਇਨਕਰੀਜ਼ ਡਿਕਰੀਜ਼ ਆਪਾਂ ਕਿਉਂ ਕਹਿੰਦੇ ਪਏ ਹਾਂ, ਕਿਉਂਕਿ 4 ਮਹੀਨਿਆਂ ਦਾ ਡੇਟਾ ਦੱਸਿਆ ਹੋਇਆ। ਦਾ ਡੇਟਾ ਇਜ਼ ਗਿਵਨ ਫॉर 4 months। ਲਾਸਟ ਬਟ ਨਾਟ ਦ ਲੀਸਟ, ਡਿਗਰੀਜ਼ ਗ੍ਰਾਂਟਡ ਐਟ ਨੈਸ਼ਨਲ ਯੂਨੀਵਰਸਿਟੀਜ਼। ਮੈਡੀਕਲ ਡਿਗਰੀਜ਼ ਗ੍ਰਾਂਟ ਕੀਤੀਆਂ ਗਈਆਂ ਸੀ 25%। ਕਦੋਂ? 1990 ਵਿੱਚ। 1990 ਦੇ ਵਿੱਚ 25% ਡਿਗਰੀਜ਼ ਵਰ ਗਿਵਨ ਟੂ ਮੈਡੀਕਲ ਸਟੂਡੈਂਟਸ। ਵਾਈਲ ਆਫਟਰ 10 ਈਅਰ, 10 ਸਾਲਾਂ ਬਾਅਦ 5% ਹੋਰ ਡਿਗਰੀਜ਼ ਗ੍ਰਾਂਟ ਕੀਤੀਆਂ ਗਈਆਂ। ਮਤਲਬ ਇਹਨਾਂ ਦੀ ਪਰਸੈਂਟੇਜ ਵੱਧ ਗਈ ਸੀ। ਪਹਿਲਾਂ ਕਿੰਨੀਆਂ ਸੀ? 25%, ਫਿਰ ਕਿੰਨੀਆਂ ਸੀ? ਵੱਧ ਕੇ ਹੋ ਗਈਆਂ 30%। ਹੁਣ ਜੇ 1 ਸਾਲ ਬਾਰੇ ਲਿਖਿਆ ਹੁੰਦਾ ਫਿਰ ਆਪਾਂ ਕੀ ਲਿਖਣਾ ਸੀ? ਸਭ ਤੋਂ ਜ਼ਿਆਦਾ ਡਿਗਰੀਜ਼ ਗ੍ਰਾਂਟ ਕੀਤੀਆਂ ਗਈਆਂ ਬਿਜ਼ਨਸ ਤੇ ਕੰਪਿਊਟਰ ਦੇ ਵਿੱਚ, ਦੂਸਰੇ ਨੰਬਰ 'ਤੇ ਸੀ ਮੈਡੀਕਲ ਦੇ ਵਿੱਚ, ਤੀਸਰੇ 'ਤੇ ਸੀ ਲਾਅ ਦੇ ਵਿੱਚ। ਇਹਦੇ 'ਚ ਗਲਤੀ ਕੀ ਆ? ਜੇ ਮੰਨ ਕੇ ਚੱਲੋ ਮੈਂ ਦੱਸ ਰਿਹਾ ਮੈਂ, ਜੇ 1 ਸਾਲ ਦਾ ਡੇਟਾ ਹੋਵੇ ਤਾਂ ਉਹਦੇ 'ਚ ਗਲਤੀ ਕਿਵੇਂ ਕੀਤੀ ਜਾਊਗੀ ਕਿ ਕੰਪਿਊਟਰ ਦੀਆਂ ਡਿਗਰੀਆਂ ਵੱਧ ਗਈਆਂ, ਬਿਜ਼ਨਸ ਦੀਆਂ ਡਿਗਰੀਆਂ ਵੱਧ ਗਈਆਂ, ਲਾਅ ਦੇ ਨਾਲੋਂ ਵੱਧ ਗਈਆਂ ਨਹੀਂ ਲਿਖਿਆ ਜਾਣਾ, ਉੱਥੇ ਵੱਧ ਸੀ। ਵੱਧ ਗਈਆਂ ਅਤੇ ਵੱਧ ਦਾ ਡਿਫਰੈਂਸ ਕੀ ਆ? ਇਨਕਰੀਜ਼ ਦਾ ਅਤੇ ਮੋਰ ਦਾ। ਵੱਧ ਮਤਲਬ ਮੋਰ, ਵੱਧ ਗਿਆ ਮਤਲਬ ਇਨਕਰੀਜ਼। ਠੀਕ ਹੈ ਜੀ, ਆਈ ਥਿੰਕ ਇੱਥੋਂ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਇੱਥੇ ਤੁਸੀਂ ਸਕਰੀਨਸ਼ਾਟ ਲੈ ਲਓ ਇਹ ਚੀਜ਼ ਦਾ। ਇਹਦੇ ਵਿੱਚ ਲਿਖਿਆ ਹੋਇਆ ਜੇ ਸਿੰਗਲ ਈਅਰ ਦਾ ਡੇਟਾ ਆਏਗਾ ਤਾਂ ਉਹਦੇ 'ਚ ਤੁਸੀਂ ਕਿਵੇਂ ਥੋੜੀ ਵੇਰੀਏਸ਼ਨ ਲੈ ਕੇ ਆ ਸਕਦੇ ਹੋ। ਇਹ ਚੀਜ਼ ਦਾ ਸਕਰੀਨਸ਼ਾਟ ਲੈ ਲਓ, ਤੁਹਾਨੂੰ ਕਾਫੀ ਚੀਜ਼ਾਂ ਕਲੀਅਰ ਹੋ ਜਾਣਗੀਆਂ। ਇਹ ਹੈ ਜਦੋਂ ਮਲਟੀਪਲ ਟਾਈਮਸ ਦੀ ਰਿਕਾਰਡਿੰਗ ਦੱਸੀ ਹੋਏਗੀ ਫਿਰ ਇਹ ਚੀਜ਼ਾਂ ਤੁਹਾਡੀ ਹੈਲਪ ਕਰਨਗੀਆਂ। ਦੇਖੋ ਇਹ 'ਚ ਲਿਖਿਆ ਸੈਕਿੰਡ ਸੈਂਟੈਂਸ 'ਤੇ ਆਉਂਦੇ ਆ, ਓਵਰ ਦੀ ਨੈਕਸਟ 3 years, ਅਗਲੇ 3 ਸਾਲਾਂ ਵਿੱਚ ਦ ਪਾਪੂਲੇਸ਼ਨ ਆਫ ਚਾਈਨਾ ਹੈਡ ਇਨਕਰੀਜ਼ਡ ਬਾਈ 10%। ਪਾਪੂਲੇਸ਼ਨ ਸੀ ਜਿਹੜੀ ਚਾਈਨਾ ਦੀ ਕਿੰਨੇ ਨਾਲ ਵੱਧ ਗਈ? 10% ਨਾਲ। ਐਂਡ ਰੀਚਡ ਲਿਟਲ ਓਵਰ 45 ਤੋਂ ਉੱਪਰ ਚਲੀ ਗਈ, 45 ਟੱਪ ਗਈ। 10% ਨਾਲ ਵਧੀ ਸੀ ਅਤੇ 45 ਤੋਂ ਉੱਪਰ ਚਲੀ ਗਈ ਓਵਰਆਲ ਅਗਲੇ 3 ਸਾਲਾਂ ਦੇ ਵਿੱਚ। ਅਗਲੇ 3 ਸਾਲਾਂ ਦੇ ਵਿੱਚ ਗਲਤੀ ਕੀ ਆ? 1 ਸਾਲ ਦਾ ਡੇਟਾ ਦੱਸਿਆ ਹੁੰਦਾ ਐਂਡ ਲਿਖਿਆ ਹੁੰਦਾ ਇਨਕਰੀਜ਼। ਆਪਾਂ ਨਹੀਂ ਇੱਦਾਂ ਕਰ ਸਕਦੇ। ਸਿੰਗਲ ਰਿਕਾਰਡਿੰਗ ਦੇ ਵਿੱਚ ਆਪਾਂ ਇਨਕਰੀਜ਼ ਡਿਕਰੀਜ਼ ਨਹੀਂ ਲਿਖ ਸਕਦੇ। ਕਾਫੀ ਸਟੂਡੈਂਟ ਮੈਂ ਦੇਖ ਰਿਹਾ ਪਿਛਲੇ ਕੁਛ ਦਿਨਾਂ ਤੋਂ ਦੇ ਆਰ ਰਾਈਟਿੰਗ ਉਹ ਇੱਦਾਂ ਲਿਖ ਰਹੇ ਆ ਐਂਡ ਫਿਰ ਐਗਜ਼ਾਮ ਦੇ ਵਿੱਚ ਔਖਾ ਹੋ ਜਾਂਦਾ। ਲਾਸਟ 'ਤੇ ਮੈਂ ਡਿਸਕਸ ਕਰੂੰਗਾ ਤੁਹਾਡੇ ਨਾਲ ਕੁਛ ਐਗਜ਼ਾਮਪਲਸ। ਇਹ ਦੇਖ ਲਓ, ਇਹ ਸਿੰਗਲ ਟਾਈਮ ਦਾ ਹੀ 21 ਸਾਲ ਦਾ ਡੇਟਾ ਦੱਸਿਆ ਹੋਇਆ। 1 ਸਾਲ ਦਾ ਜਾਂ ਕੋਈ ਜੋ ਮਰਜ਼ੀ ਟਾਈਮ ਲਗਾ ਲਓ, ਸਿੰਗਲ ਟਾਈਮ ਆ ਇਹ। ਸਮਾਰਟਫੋਨ ਦੇ ਉੱਪਰ ਇੱਦਾਂ ਆਹ ਕੰਮ ਕੀਤੇ ਗਏ ਸੀ ਐਂਡ ਟੈਬਲੇਟਸ ਦੇ ਉੱਪਰ ਇਹ ਵਾਲੇ ਕੰਮ ਕੀਤੇ ਗਏ ਸੀ। ਸਮਾਰਟਫੋਨ ਨੂੰ ਕਹਿ ਲਓ ਇਹ ਚੀਜ਼ਾਂ ਲਈ ਯੂਜ਼ ਕੀਤਾ ਗਿਆ ਸੀ ਐਂਡ ਇਹਦੇ ਇਹ ਪਰਪਸ ਸੀ। ਕਮਿੰਗ ਬੈਕ ਟੂ ਡਿਟੇਲਸ 'ਤੇ ਵਾਪਸ ਆਉਂਦੇ ਹੋਏ 35% ਆਫ ਟਾਈਮ ਵਾਸ ਸਪੈਂਟ ਔਨ ਸਮਾਰਟਫੋਨਸ ਜਸਟ ਫॉर ਪਲੇਇੰਗ ਗੇਮਸ। ਗੇਮਾਂ ਖੇਡਣ ਲਈ 35% ਟਾਈਮ ਲੱਗਿਆ ਸੀ। ਵੇਅਰ ਐਜ਼ 29% ਆਫ ਦ ਟਾਈਮ ਵਾਸ ਯੂਟੀਲਾਈਜ਼ਡ ਔਨ ਸੋਸ਼ਲ ਨੈਟਵਰਕਿੰਗ। 29% ਟਾਈਮ ਕਿੱਥੇ ਖਰਚ ਕੀਤਾ ਗਿਆ ਸੀ? ਸੋਸ਼ਲ ਨੈਟਵਰਕਿੰਗ ਵੈਬਸਾਈਟਸ ਦੇ ਉੱਪਰ। ਯੈਸ, ਬਿਸਾਈਡਸ ਦਿਸ, ਇਸ ਨੂੰ ਛੱਡ ਕੇ 20% ਆਫ ਦਾ ਟਾਈਮ ਵਾਸ ਸਪੈਂਡ ਟੂ ਸਮਾਰਟਫੋਨਸ ਫॉर ਯੂਟੀਲਿਟੀਜ਼ ਦੇ ਲਈ 20% ਟਾਈਮ ਲੱਗਿਆ ਸੀ। ਇਹ 'ਚ ਮੈਂ ਇਨਕਰੀਜ਼ ਡਿਕਰੀਜ਼ ਨਹੀਂ ਯੂਜ਼ ਕਰਦਾ ਪਿਆ, ਆਉਣਾ ਵੀ ਨਹੀਂ ਹੈ ਇਹਦੇ ਵਿੱਚ, ਕਿਉਂਕਿ ਇੱਕ ਟਾਈਮ ਦੇ ਬਾਰੇ ਹੀ ਪਤਾ। ਜਦੋਂ ਆਪਾਂ ਨੂੰ ਜ਼ਿਆਦਾ ਪਤਾ ਲੱਗੂਗਾ ਵੀ ਕੱਲ੍ਹ ਉਹਦੇ ਬਾਰੇ ਡੇਟਾ ਕਿੰਨਾ ਸੀ, ਪਰਸੋਂ ਉਹਦੇ ਬਾਰੇ ਡੇਟਾ ਕਿੰਨਾ ਸੀ, then you are supposed to write increase and decrease. Last, here we are supposed to write increase and decrease. As I mentioned earlier, in the year 1990, 25% of medical degrees were granted to students of National University. 25% ਮੈਡੀਕਲ ਡਿਗਰੀਜ਼ ਦਿੱਤੀਆਂ ਗਈਆਂ ਸੀ ਨੈਸ਼ਨਲ ਯੂਨੀਵਰਸਿਟੀ ਦੇ ਸਟੂਡੈਂਟਾਂ ਨੂੰ। ਹਾਊਐਵਰ ਅਗਲੇ 10 ਸਾਲਾਂ ਵਿੱਚ ਇਨ ਦ ਨੈਕਸਟ 10 years ਦੇਰ ਵਾਜ਼ ਐਨ ਇੰਕਰੀਮੈਂਟ ਆਫ 5% ਮੋਰ ਡਿਗਰੀਜ਼। 5% ਹੋਰ ਡਿਗਰੀਆਂ ਦਾ ਇੰਕਰੀਮੈਂਟ ਆਇਆ ਸੀ। ਇਹਦਾ ਸਕਰੀਨਸ਼ਾਟ ਲੈ ਕੇ ਇਹਨੂੰ ਰੀਡ ਕਰ ਲਓ, ਤੁਹਾਨੂੰ ਆਈਡੀਆ ਹੋ ਜਾਊਗਾ। ਲਾਸਟ 'ਤੇ ਮੈਂ ਤੁਹਾਨੂੰ ਇਹ ਚੀਜ਼ ਕਹੂੰਗਾ, ਜੇ ਤੁਹਾਨੂੰ ਇਹ ਸਾਰੀ ਵੀਡੀਓ ਦੇਖ ਕੇ ਵੀ ਪਤਾ ਨਹੀਂ ਲੱਗਿਆ ਤਾਂ ਤੁਸੀਂ ਮੰਨ ਕੇ ਚੱਲੋ ਤੁਹਾਡਾ ਅੱਜ ਦਾ ਵੇਟ ਕਿੰਨਾ ਆਇਆ ਵਾ ਐਂਡ ਤੁਹਾਡੇ ਫਰੈਂਡ ਦਾ ਵੇਟ ਕਿੰਨਾ ਆਇਆ ਸੀ। ਤੁਹਾਡਾ ਵੇਟ ਉਹਦੇ ਨਾਲੋਂ ਜਾਂ ਤਾਂ ਵੱਧ ਹੋਏਗਾ ਜਾਂ ਘੱਟ ਹੋਏਗਾ। ਜੇ ਤੁਸੀਂ ਕਹਿਣਾ ਮੇਰਾ ਵੇਟ ਵੱਧ ਗਿਆ ਜਾਂ ਮੇਰਾ ਵੇਟ ਘੱਟ ਗਿਆ, ਜਾਂ ਤਾਂ ਤੁਹਾਨੂੰ ਕੱਲ੍ਹ ਨੂੰ ਦੁਬਾਰਾ ਮੈਜ਼ਰ ਕਰਨਾ ਪੈਣਾ ਵਾ, ਜਾਂ ਤੁਹਾਨੂੰ ਪਿਛਲੀ ਡੇਟ ਦਾ ਜਾਂ ਤੁਹਾਨੂੰ ਪਿਛਲੇ ਯੈਸਟਰਡੇ ਦਾ ਡੇਟਾ ਚਾਹੀਦਾ ਵਾ ਕਿ ਕੱਲ੍ਹ ਨਾਲ ਤੁਸੀਂ ਕੰਪੇਅਰ ਕਰੋਗੇ। ਮੇਰਾ ਵੇਟ ਮੇਰੇ ਵੇਟ ਤੋਂ ਹੀ ਵੱਧ ਸਕਦਾ ਵਾ। ਇਫ ਯੂ ਆਰ ਗੈਟਿੰਗ ਮਾਈ ਪੁਆਇੰਟ, ਤਾਂ ਉਹ ਚੀਜ਼ ਜ਼ਰੂਰੀ ਆ। ਆਪਾਂ ਨੂੰ ਇੱਕ ਪਰਸਨ ਦਾ ਜਾਂ ਇੱਕ ਕੰਟਰੀ ਦਾ ਜਾਂ ਇੱਕ ਕੋਈ ਖਰਚੇ ਦਾ ਆਪਾਂ ਨੂੰ 3-4 ਫਿਗਰਸ ਚਾਹੀਦੀਆਂ ਨੇ। ਮਤਲਬ ਮੰਡੇ, ਟਿਊਜ਼ਡੇ, ਇਹ ਡੇਜ਼ ਵੀ ਹੋ ਸਕਦਾ, ਮੰਥ ਦੇ ਵਿੱਚ ਵੀ ਹੋ ਸਕਦਾ, ਈਅਰਸ ਵੀ ਹੋ ਸਕਦਾ। ਤੁਸੀਂ ਟਾਸਕ 1 ਕਰਦੇ ਹੀ ਹੋ, ਤੁਹਾਨੂੰ ਜ਼ਿਆਦਾ ਪਤਾ ਇਹ ਚੀਜ਼ ਦੇ ਬਾਰੇ, ਤਾਂ ਉਹ ਚੀਜ਼ ਤੁਸੀਂ ਅੱਗੇ ਨੈਕਸਟ ਟਾਈਮ ਚੈੱਕ ਕਰਨੀ ਹੈ। ਇੱਕ ਤਾਂ ਸਬਜੈਕਟ ਆਬਜੈਕਟ ਆਪਾਂ ਚੈੱਕ ਕਰਨਾ ਹੁੰਦਾ ਵਾ,
ਮੋਸਟ ਇੰਪੋਰਟੈਂਟ। ਐਂਡ ਸੈਕਿੰਡ 'ਤੇ ਆਪਾਂ ਟਾਈਮ ਦੇਖਣਾ ਹੁੰਦਾ ਵੀ 1 ਸਾਲ ਦਾ ਡੇਟਾ ਦੱਸਿਆ ਵਾ ਜਾਂ 2 ਸਾਲ ਦਾ। ਅਗੇਨ ਜੇ ਸਿਰਫ ਤੁਸੀਂ ਤੇ ਤੁਹਾਡੇ ਫਰੈਂਡ ਨੇ, ਤੁਹਾਨੂੰ ਸਿਰਫ ਉਹਨਾਂ ਦਾ 1 ਦਿਨ ਦਾ ਹੀ ਵੇਟ ਪਤਾ ਵਾ, ਤਾਂ ਤੁਸੀਂ ਕਹੋਗੇ ਕਿ ਮੇਰਾ ਜ਼ਿਆਦਾ ਵਾ, ਉਹ ਦੂਸਰੇ ਨੰਬਰ 'ਤੇ ਆ, ਉਹਦਾ ਘੱਟ ਆ। ਤੁਸੀਂ ਇਨਕਰੀਜ਼ ਡਿਕਰੀਜ਼ ਨਹੀਂ ਲਿਖ ਸਕਦੇ। ਆਈ ਹੋਪ ਤੁਹਾਨੂੰ ਅੰਡਰਸਟੈਂਡ ਹੋ ਗਿਆ ਹੋਵੇ। ਜੇ ਸਟਿਲ ਕੋਈ ਚੀਜ਼ ਅਨਕਲੀਅਰ ਰਹਿ ਗਈ ਤਾਂ ਯੂ ਕੈਨ comment down below. I'll be glad to answer your question. Thanks for spending your precious time on my YouTube channel, and all the very best for your exam.